ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਬੀਤੇ ਦਿਨ ਹੀ ਰਾਜਸਥਾਨ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ ਕਿਡਨੈਪਿੰਗ ਦਾ ਜਿਹੜਾ ਕੇਸ ਹੈ ਦਰਜ ਕੀਤਾ ਗਿਆ ਸੀਗਾ। ਹੁਸ਼ਿਆਰਪੁਰ ਪੁਲਿਸ ਦੇ ਵੱਖ-ਵੱਖ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਖਿਲਾਫ FIR ਜਿਹੜੀ ਰਜਿਸਟਰ ਹੋਈ ਸੀਗੀ 6 ਮਈ ਨੂੰ। ਤੇ ਉਹਨਾਂ ਦਿਨਾਂ ਦੇ ਵਿੱਚ ਹੀ ਕੇਸ ਬਹੁਤ ਚਰਚਾ 'ਚ ਆਇਆ ਸੀ ਕਿਉਂਕਿ BJP ਲੀਡਰ ਤਜਿੰਦਰਪਾਲ ਬੱਗਾ ਦਾ ਜਿਹੜਾ ਮੈਟਰ ਸੀਗਾ ਉਹ ਚੱਲ ਰਿਹਾ ਸੀਗਾ ਤੇ ਉਦੋਂ ਵੀ ਪੰਜਾਬ ਪੁਲਿਸ ਹੈ ਜਿਹੜੀ ਉਹ ਕਿਤੇ ਨਾ ਕਿਤੇ ਨਿਸ਼ਾਨੇ 'ਤੇ ਸੀਗੀ। ਤੇ ਉਸੇ ਵੇਲੇ ਹੀ ਜਿਹੜਾ ਰਾਜਸਥਾਨ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਖਿਲਾਫ FIR ਹੁੰਦੀ ਹੈ। ਮੈਟਰ ਕੀ ਹੈ ਤੇ ਇਸ ਵੇਲੇ ਜਿਹੜੀ ਫਰੈਸ਼ ਡਿਵੈਲਪਮੈਂਟ ਕੀ ਹੋਈਆਂ ਨੇ ਕੇਸ ਦੇ ਵਿੱਚ ਗੱਲਬਾਤ ਕਰਾਂਗੇ। ਜਿਹੜੇ ਅਕਿਊਜ਼ਡ ਸੀਗੇ ਜਿਹੜੇ ਹੁਸ਼ਿਆਰਪੁਰ ਪੁਲਿਸ ਵੱਲੋਂ FIR ਕੀਤੀ ਗਈ ਸੀ, ਹਰਨੂਰ ਸਿੰਘ ਅਕਿਊਜ਼ ਸੀਗੇ ਜਿਨ੍ਹਾਂ ਨੂੰ ਅਰੈਸਟ ਕੀਤਾ ਸੀ, ਜਿਨ੍ਹਾਂ ਦੀ ਅਰੈਸਟ ਨੂੰ ਲੈ ਕੇ ਸਾਰਾ ਇਹ ਜਿਹੜਾ ਮਾਮਲਾ ਹੈਗਾ ਉਹ ਉਛਲਿਆ। ਤੇ ਹਰਨੂਰ ਸਿੰਘ ਦੀ ਫੈਮਿਲੀ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀਗੀ ਹਾਈ ਕੋਰਟ ਦੇ ਵਿੱਚ ਜਿਹਨੂੰ ਰਿਪਰੈਜ਼ੈਂਟ ਕਰ ਰਹੇ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨਰੇਸ਼ ਜੈਨ ਜੀ। ਉਹਨਾਂ ਨਾਲ ਗੱਲਬਾਤ ਕਰਦੇ ਕੇਸ ਦੀ ਜਾਣਕਾਰੀ ਲਵਾਂਗੇ। ਜੈਨ ਸਾਹਿਬ, ਪੰਜਾਬ ਪੁਲਿਸ ਫੇਰ ਤੋਂ ਘੇਰੇ 'ਚ ਨਜ਼ਰ ਆਈ ਜਦੋਂ ਤੋਂ ਇਹ ਰਾਜਸਥਾਨ ਪੁਲਿਸ ਨੇ FIR ਕੀਤੀ ਹੈ ਜੀ। ਮੈਟਰ ਕੀ ਹੈ, ਥੋੜ੍ਹਾ ਜਿਹਾ ਬੈਕਗਰਾਊਂਡ 'ਚ ਆਪਾਂ ਜਾਈਏ ਤਾਂ। ਸਰ, ਮੈਟਰ ਇਹ ਹੈ ਕਿ 7 ਮਾਰਚ ਨੂੰ ਇਹ ਪੰਜਾਬ ਪੁਲਿਸ ਦੀ ਇੱਕ ਪਾਰਟੀ ਜਾਂਦੀ ਹੈ ਰਾਜਸਥਾਨ ਕੋਟਾ। ਉੱਥੇ ਹਰਨੂਰ ਸਿੰਘ ਨਾਲ ਕਿਸੇ ਨਾ ਕਿਸੇ ਗੱਲ ਨਾਲ ਟਾਈ ਅਪ ਕਰਦੇ ਆ। ਉਹਨੂੰ ਕਹਿੰਦੇ ਆ ਜੀ ਉੱਥੇ ਕਲਾਰਕਸ ਪ੍ਰੀਮੀਅਮ ਹੋਟਲ ਹੈ ਕੋਟਾ, ਉੱਥੇ ਇਹ ਪਹੁੰਚਦੇ ਆ। ਉੱਥੇ ਹਰਨੂਰ ਸਿੰਘ ਵੀ ਪਹੁੰਚ ਜਾਂਦਾ। ਉੱਥੇ ਸਾਰੀ CCTV ਫੁਟੇਜ ਵਗੈਰਾ ਹੈਗੀ ਹੈ। ਉੱਥੋਂ ਨਿਕਲਦੇ ਆ। ਉੱਥੇ ਹਰਨੂਰ ਸਿੰਘ ਨੂੰ ਅਰੈਸਟ ਕਰ ਲਿਆ ਵਿਦਾਊਟ ਵਾਰੰਟ, ਵਿਦਾਊਟ ਰਜਿਸਟ੍ਰੇਸ਼ਨ ਆਫ ਦਾ FIR, ਵਿਦਾਊਟ ਐਨੀਥਿੰਗ। ਉੱਥੋਂ ਨਿਕਲ ਕੇ ਇਹ ਉਹਦੀ CCTV ਫੁਟੇਜ ਆਈ। ਫਿਰ ਉਸ ਤੋਂ ਬਾਅਦ ਇਹ ਰਸਤੇ 'ਚ ਰਾਧਿਕਾ ਹੋਟਲ ਹੈ ਕੋਈ ਜੈਪੁਰ ਹਾਈਵੇ 'ਤੇ, ਉੱਥੇ ਰੁਕੇ। ਉੱਥੇ ਰੁਕ ਕੇ ਫਿਰ ਜਿੱਥੇ ਵੀ ਟੋਲ ਪਲਾਜ਼ਾ ਨੰਗੇ ਹੋਰ ਨੰਗੇ ਕਰਾ ਕੇ ਅਲਟੀਮੇਟਲੀ ਹੁਸ਼ਿਆਰਪੁਰ ਪਹੁੰਚ ਗਏ। ਹਰਨੂਰ ਸਿੰਘ ਦੀ ਕਾਰ ਸੀ ਬਲੈਕ ਕਲਰ ਦੀ ਵਰਨਾ, ਉਹ ਵੀ ਉੱਥੋਂ ਨਿਕਲ ਗਈ। ਘਰਦਿਆਂ ਨੂੰ ਕੁਛ ਨਹੀਂ ਪਤਾ ਕਿਉਂਕਿ ਇਹ ਮੈਰਿਜ 'ਤੇ ਗਿਆ ਸੀਗਾ ਕਿ ਮੈਰਿਜ 'ਤੇ ਚੱਲਿਆ ਹੈਗਾ। ਅਤੇ ਜੋ ਨੈਕਸਟ ਡੇ ਤੱਕ ਨਹੀਂ ਪਹੁੰਚਿਆ, ਘਰਦਿਆਂ ਨੇ ਨੈਕਸਟ ਡੇ ਈਵਨਿੰਗ 'ਚ ਇੱਕ ਮਿਸਿੰਗ ਰਿਪੋਰਟ ਲਿਖਾਤੀ। ਦੈਨ ਦੇ ਰਿਸੀਵਡ ਅ ਫੋਨ ਕਾਲ। ਉਹ ਫੋਨ ਆਉਂਦਾ ਹੈਗਾ ਕਿਸੇ ਐਪ ਤੋਂ ਕਿ ਜੀ ਹਰਨੂਰ ਸਿੰਘ ਹੀ ਬੋਲ ਰਿਹਾ ਸੀ ਕਿ ਜੀ ਮੈਨੂੰ ਕਿਡਨੈਪ ਕਰ ਲਿਆ ਐਂਡ ਦੇ ਆਰ ਡਿਮਾਂਡਿੰਗ ਰੈਂਸਮ। ਘਰਦਿਆਂ ਨੂੰ ਉਦੋਂ ਸ਼ੱਕ ਪਿਆ। ਉਹਨਾਂ ਨੇ ਉਹਦਾ ਆਈਫੋਨ ਸੀ ਉਹਦੇ ਕੋਲ, ਉਹਦੀ ਐਪਲ iCloud ID ਖੋਲ੍ਹੀ। iCloud ID ਤੋਂ ਉਹਦੀ ਸਾਰੀ ਲੋਕੇਸ਼ਨ ਪਤਾ ਲੱਗ ਗਈ ਕਿੱਥੇ ਕਿੱਥੇ, ਕਿ ਲਾਸਟ ਲੋਕੇਸ਼ਨ ਇਜ਼ ਐਟ ਹੁਸ਼ਿਆਰਪੁਰ SSP ਰੈਜ਼ੀਡੈਂਸ। ਉਹਨਾਂ ਦਾ ਕੋਈ ਇੱਥੇ ਨੋਨ ਕਿਸੇ ਦੇ ਥਰੂ SSP ਪਠਾਨਕੋਟ ਥੋੜ੍ਹਾ ਜਾਂ ਉਹਨਾਂ ਨੇ ਪੁੱਛਿਆ ਕਿ ਜੀ SSP ਰੈਜ਼ੀਡੈਂਸ ਦੀ ਲੋਕੇਸ਼ਨ ਆ ਰਹੀ ਹੈ। ਉਹ ਲੋਕੇਸ਼ਨ 'ਤੇ ਉਹਨਾਂ ਨੇ ਵੈਰੀਫਾਈ ਕਰਾਇਆ। ਫਿਰ ਘੰਟੇ ਕੁ ਬਾਅਦ ਲਖਵੀਰ ਸਿੰਘ ਆਈ ਥਿੰਕ CIA ਸਟਾਫ ਦਾ ਫੋਨ ਆਇਆ ਉਹਨਾਂ ਨੂੰ, ਜਾਂ ਕਿਸੇ ਵੀ ਪੁਲਿਸ ਆਫੀਸ਼ਲ, ਆਈ ਡੋਂਟ ਨੋ ਦਾ ਨੇਮ, ਕਿ ਜੀ ਤੁਹਾਡਾ ਮੁੰਡਾ 10 ਕਿਲੋ ਅਫੀਮ ਦੇ ਨਾਲ ਹੁਸ਼ਿਆਰਪੁਰ ਘੁੰਮ ਰਿਹਾ ਸੀ ਅਤੇ ਪਕੜਿਆ ਗਿਆ। ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ, ਸਾਰੇ ਉਹਦੇ ਫੈਮਿਲੀ ਨੇ CCTV ਫੁਟੇਜ ਕਲੈਕਟ ਕੀਤੀ, ਅਲੱਗ-ਅਲੱਗ ਜਗ੍ਹਾ ਦੀ ਕਲੈਕਟ ਕਰਕੇ ਦੇਖਿਆ ਕਿ ਇਹ 23/3/2022 ਨੂੰ ਦੇ ਫਾਈਲਡ ਵਨ ਰੀਪ੍ਰੈਜ਼ੈਂਟੇਸ਼ਨ ਟੂ ਦਾ DGP ਪੰਜਾਬ ਕਿ ਜੀ ਹੀ ਹੈਜ਼ ਬੀਨ ਫਾਲਸਲੀ ਇਨਵੋਲਵਡ ਇਨ ਦਿਸ ਕੇਸ ਅਤੇ ਇਹਦੀ ਇਨਕੁਆਇਰੀ ਕੀਤੀ ਜਾਵੇ। ਇੰਸਟੈਡ ਆਫ ਕੰਡਕਟਿੰਗ ਐਨੀ ਫਰੈਸ਼ ਇਨਕੁਆਇਰੀ ਔਰ ਅ ਪ੍ਰੋਪਰ ਫੇਅਰ ਇਨਕੁਆਇਰੀ, ਦੇ ਫਾਈਲ ਦਾ ਚਲਾਨ ਵਿਦਨ ਅ ਪੀਰੀਅਡ ਆਫ 1 ਵੀਕ। ਸੋ 9 ਤਰੀਕ ਨੂੰ FIR ਹੁੰਦੀ ਹੈ, 30 ਤਰੀਕ ਨੂੰ NDPS ਕੇਸ 10 ਕਿਲੋ ਅਫੀਮ ਦੀ ਚਲਾਨ ਪੇਸ਼ ਹੋ ਗਿਆ। ਇਹ ਹੋਇਆ ਇਮੀਡੀਏਟਲੀ ਦੇ ਕੇਮ ਟੂ ਮੀ, ਅਸੀਂ ਡਿਸਕਸ ਕੀਤਾ। ਦੈਨ ਵੀ ਫਾਈਲਡ ਵਨ ਪਟੀਸ਼ਨ ਇਨ ਦਾ ਆਨਰੇਬਲ ਹਾਈ ਕੋਰਟ ਫॉर ਟ੍ਰਾਂਸਫਰ ਆਫ ਦਾ ਇਨਵੈਸਟੀਗੇਸ਼ਨ। ਹਾਈ ਕੋਰਟ ਨੇ ਬੜੀ ਅੱਛਾ ਕੋਗਨੀਜੈਂਸ ਲਿਆ ਕੇਸ ਦਾ। ਉਹਨਾਂ ਨੇ ਸਾਰੀ ਹਾਈ ਕੋਰਟ ਨੇ CCTV ਫੁਟੇਜ ਇਹ वो ਦੇਖ ਕੇ ਕਿ ਦਿਸ ਇਜ਼ ਅ ਕੇਸ ਵੇਅਰ ਦਾ ਹਾਈ ਕੋਰਟ ਕੈਨ ਇੰਟਰਵੀਨ। ਹਾਈ ਕੋਰਟ ਨੇ ਇਨ ਦਾ ਮੀਨ ਟਾਈਮ ਪ੍ਰੋਸੀਡਿੰਗ ਰੋਕ ਕੇ ਅਤੇ ਨੋਟਿਸ ਆਫ ਮੋਸ਼ਨ ਕਰਤਾ। ਦੈਨ ਦਾ ਰਾਜਸਥਾਨ ਪੁਲਿਸ ਦੇ ਔਨ ਦਾ ਬੇਸਿਸ ਆਫ ਮਿਸਿੰਗ ਰਿਪੋਰਟ ਇਨਕੁਆਇਰਡ ਦਾ ਮੈਟਰ, ਆਪਦੇ ਲੈਵਲ 'ਤੇ ਉਹਨਾਂ ਨੇ ਇਨਕੁਆਇਰ ਕੀਤਾ। ਦੈਨ ਦੇ ਕੇਮ ਟੂ ਨੋ and then they registered one FIR against the police officials, I think 14 police officials by name and other unidentified persons also. ਉਹਨਾਂ ਨੇ FIR ਦਰਜ ਕੀਤੀ 395, 364, 365, 115, 59 of NDPS Act also. That is regarding the false implication of up. ਉਹ ਹੋ ਕੇ ਉਹ FIR ਦਰਜ ਹੋ ਗਈ ਅਤੇ ਹੁਣ ਹਰਨੂਰ ਜੁਡੀਸ਼ੀਅਲ ਕਸਟਡੀ 'ਚ ਹੈ ਅਤੇ now we are trying for his bail, we are applying and ultimately
the matter is before the Honorable High Court. Whatever will be the decision, we will proceed accordingly. ਜੈਨ ਸਾਹਿਬ ਜਿਹੜਾ ਇਹ 14 ਤੁਸੀਂ ਦੱਸਿਆ ਬਾਈ ਨੇਮ ਉਹਦੇ ਵਿੱਚ ਐਫ ਆਈ ਆਰ 'ਚ ਜ਼ਿਕਰ ਹੈ ਹੁਸ਼ਿਆਰਪੁਰ ਦੇ ਕੌਪਸ ਨੇ, ਉਹਨਾਂ ਵਿੱਚ ਸੀਨੀਅਰ ਅਧਿਕਾਰੀ ਕੌਣ ਕੌਣ ਨੇ ਜੀ? ਸਰ ਉਹਦੇ ਮੇਨਲੀ ਡੀਐਸਪੀ ਲਿਖਿਆ ਹੋਇਆ ਉਹਨਾਂ ਨੇ, ਪੀਪੀਐਸ ਵਾਈਸ ਕੈਪਟਨ, ਸੋ ਹੀ ਇਜ਼ ਡੀਐਸਪੀ ਆਈ ਥਿੰਕ, ਤੇ ਇੱਕ ਸ਼ਾਇਦ ਲਖਵੀਰ ਸਿੰਘ ਇੰਚਾਰਜ ਹੈ ਸੀਆਈਏ ਸਟਾਫ ਦਾ, ਐਂਡ ਅਦਰ ਨੇਮਸ ਆਈ ਡੋਂਟ ਰਿਮੈਂਬਰ, ਬਟ 14 ਸਾਰੇ ਸੀਨੀਅਰ, ਸਾਰੀ ਪੁਲਿਸ ਪਾਰਟੀ ਸੀਨੀਅਰ ਆਫੀਸ਼ੀਅਲਸ ਹੀ ਹੈ ਸਾਰੇ। ਤੇ ਕੋਈ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਹੈ ਜੀ? ਉਹਨਾਂ ਦੀ ਪੁੱਛਗਿੱਛ ਕੀਤੀ ਗਈ ਹੋਵੇ ਰਾਜਸਥਾਨ ਪੁਲਿਸ ਵੱਲੋਂ, ਉਹਨਾਂ ਤੋਂ ਕੁਐਸਚਨਿੰਗ ਕੀਤੀ ਗਈ ਹੋਵੇ? ਸਰ ਦੈਟ ਕੇਸ ਇਜ਼ ਨਾਟ ਬੀਇੰਗ ਹੈਂਡਲਡ ਬਾਈ ਮੀ, ਅਦਰਵਾਈਜ਼ ਇਹ ਪਤਾ ਲੱਗਿਆ ਕਿ ਉਹ ਰਾਜਸਥਾਨ ਪੁਲਿਸ ਨੇ ਸਾਰਿਆਂ ਦੇ ਇੱਥੇ ਆ ਕੇ ਬਿਆਨ ਵੀ ਰਿਕਾਰਡ ਕੀਤੇ ਸੀ। ਓਨਲੀ ਆਫਟਰ ਦੈਟ ਦ ਐਫ ਆਈ ਆਰ ਹੈਜ਼ ਬੀਨ ਰਜਿਸਟਰਡ, ਦੈਟ ਟੂ ਆਫਟਰ ਫਿਊ ਡੇਜ਼ ਆਫਟਰ ਕੰਡਕਟਿੰਗ ਅ ਪ੍ਰੋਪਰ ਇਨਕੁਆਇਰੀ। ਸੋ ਹਲੇ ਉਹਨਾਂ ਦੀ ਕਾਰਵਾਈ ਆਪਣੇ ਲੈਵਲ ਤੇ ਉਹਨਾਂ ਦੀ ਚੱਲ ਰਹੀ ਹੈ। ਸੋ ਤੁਸੀਂ ਜੇ ਹਰਨੂਰ ਦਾ ਇਹ ਜਿਹੜਾ ਕੇਸ ਸੀ ਪੂਰਾ ਤੁਸੀਂ ਸਟੱਡੀ ਕਰ ਰਹੇ ਹੋ, ਕੀ ਲੱਗਦਾ ਹੈ ਹੁਣ ਤੱਕ ਕੀ ਸਮਝ ਪਾਏ ਹੋ? ਹੁਸ਼ਿਆਰਪੁਰ ਤੋਂ ਦਿਖਾਈ ਗਈ ਅਰੈਸਟ ਜਿਹੜੀ ਸੀਗੀ ਵੀ 10 ਕਿਲੋ ਅਫੀਮ ਰਿਕਵਰ ਹੋਈ, ਪਰ ਐਕਚੁਅਲ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਐਵੀਡੈਂਸਿਸ ਵੀ ਦਿੱਤੇ ਨੇ ਕਿ ਹੋਈ ਕੋਟਾ ਤੋਂ ਅਰੈਸਟ, ਫਿਰ ਇਹ ਸਾਰੀ ਸਟੋਰੀ ਕਿਉਂ ਬਣਾਈ ਗਈ ਤੇ ਕਾਰਨ ਕੀ ਰਿਹਾ ਹੁਣ? ਸਰ ਜ਼ਿਆਦਾ ਤਾਂ ਨਹੀਂ ਦੱਸ ਸਕਦਾ, ਬਟ ਪ੍ਰਾਈਮਾ ਸਹੀ ਇਟ ਇਜ਼ ਐਪਰੈਂਟ ਕਿ ਇਟ ਇਜ਼ ਅ ਫਾਲਸ ਇੰਪਲੀਕੇਸ਼ਨ, ਕਿਉਂਕਿ ਉਹੀ ਪੁਲਿਸ ਆਫੀਸ਼ੀਅਲ ਕੋਟਾ ਦੇ ਕਲਾਕ ਹੋਟਲ 'ਚ ਵੀ ਦਿਖ ਰਹੇ ਹੈ, ਇਹਦੇ ਨਾਲ ਉਹੀ ਰਾਧਿਕਾ ਹੋਟਲ 'ਚ ਵੀ ਦਿਖ ਰਹੇ ਹੈ, ਉਹ ਕਾਰਾਂ ਉੱਥੋਂ ਆ ਰਹੀਆਂ, ਜਿਹੜੀ ਉਹ ਕਾਰ ਹੈ ਬਲੈਰੋ ਦੈਟ ਇਜ਼ ਰਜਿਸਟਰਡ ਔਨ ਦਾ ਨੇਮ ਆਫ ਡੀਜੀਪੀ ਫॉर ਐਸਐਸਪੀ ਹੁਸ਼ਿਆਰਪੁਰ। ਇੱਕ ਗੁਰਦੁਆਰੇ 'ਚ ਗੁਰਦੁਆਰਾ ਸਾਹਿਬ 'ਚ ਕਾਰ ਰੁਕੀ, ਉੱਥੇ ਉਹਨਾਂ ਨੇ ਆਪਦੀ ਆਈਡੀ ਦਿੱਤੀ ਪੁਲਿਸ ਆਫੀਸ਼ੀਅਲ ਨੇ। ਸੋ 7 ਤੋਂ ਲੈ ਕੇ 9 ਤੱਕ ਕੱਲੇ ਕੱਲੇ ਮਿੰਟ ਦੀ ਸੀਸੀਟੀਵੀ ਫੁਟੇਜ ਹੈ। ਸੋ ਇਟ ਕਲੀਅਰਲੀ ਸ਼ੋਜ਼ ਦੈਟ ਇਟ ਇਜ਼ ਅ ਫਾਲਸ ਪਲਾਂਟੇਸ਼ਨ, but what will be the fate of the case that we cannot comment at this stage, because that will be decided adjudicated by the honorable courts ਤੇ ਇਸ ਸਟੇਜ ਤੇ। ਇੱਕ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਉਹਨਾਂ ਨੇ ਲੋਕੇਸ਼ਨ ਚੈੱਕ ਕੀਤੀ ਤੇ ਉਹ ਐਸਐਸਪੀ ਹੁਸ਼ਿਆਰਪੁਰ ਦੇ ਰੈਜ਼ੀਡੈਂਸ ਦੀ ਸ਼ੋਅ ਕਰ ਰਿਹਾ ਸੀਗਾ, ਉੱਥੇ ਹਰਨੂਰ ਨੂੰ ਕਿੰਨਾ ਟਾਈਮ ਰੱਖਿਆ ਗਿਆ, ਉਹ ਵੀ ਤੁਸੀਂ ਪਤਾ ਕੀਤਾ ਕਿ ਰੱਖ ਸਕਦੇ ਸੀ ਜਾਂ ਉਹ ਵੀ ਇਲੀਗਲ ਸੀਗਾ? ਉਹਦੇ ਬਾਰੇ ਕੋਈ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਤੁਸੀਂ? ਸਰ ਜਦੋਂ ਅਰੈਸਟ ਹੀ ਇਲੀਗਲ ਹੋ ਗਈ, ਸਟਾਰਟਿੰਗ ਪੁਆਇੰਟ ਇਜ਼ ਇਲੀਗਲ, ਦੈਨ ਐਵਰੀਥਿੰਗ ਇਜ਼ ਇਲੀਗਲ। ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਕੋਟਾ 'ਚੋਂ ਚੱਕਿਆ ਉੱਥੇ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਨਹੀਂ, ਕੋਈ ਐਫ ਆਈ ਆਰ ਰਜਿਸਟਰਡ ਨਹੀਂ, ਵਿਦਾਊਟ ਰਜਿਸਟ੍ਰੇਸ਼ਨ ਆਫ ਐਫ ਆਈ ਆਰ, ਵਿਦਾਊਟ ਰਜਿਸਟ੍ਰੇਸ਼ਨ, ਵਿਦਾਊਟ ਐਨੀ ਇੰਟੀਮੇਸ਼ਨ ਟੂ ਦਾ ਲੋਕਲ ਪੁਲਿਸ, ਉੱਥੋਂ ਬੰਦਾ ਚੱਕ ਕੇ ਤੁਸੀਂ ਇੱਥੇ ਪਾ ਦਾਨੇ ਹੋ 7 ਤਰੀਕ ਨੂੰ ਲਿਆ ਕੇ 9, ਸੋ ਐਵਰੀਥਿੰਗ ਇਜ਼ ਇਲੀਗਲ। ਇਸ ਤੋਂ ਤਾਂ ਇਹੀ ਸ਼ੋ ਹੁੰਦਾ ਕਿ ਇਸ 'ਚ ਕੋਈ ਸੱਚਾਈ ਤਾਂ ਹੈ ਨਹੀਂ, ਬਾਕੀ ਵਾਟ ਦੇ ਆਰ ਡੂਇੰਗ ਵੀ ਡੋਂਟ ਨੋ, ਠੀਕ ਹੈ ਨਾ। ਬੋਥ ਦਾ ਪਾਰਟੀਜ਼ ਵਿਲ ਲੀਡ ਦੇਅਰ ਐਵੀਡੈਂਸ, ਬਟ ਇਸ ਸਟੇਜ 'ਤੇ ਤਾਂ ਜੇਕਰ ਆਪਾਂ ਬਿਯੋਂਡ ਲਾਅ ਦੇਖੀਏ ਤਾਂ ਬਿਲਕੁਲ ਕਲੀਅਰ ਪਿਕਚਰ ਹੈ ਕਿ ਇਟਸ ਅ ਕੇਸ ਆਫ ਫਾਲਸ ਇੰਪਲੀਕੇਸ਼ਨ। ਹੁਣ ਜਿਸ ਤਰੀਕੇ ਨਾਲ ਹਾਈ ਕੋਰਟ ਨੇ ਲੋਅਰ ਕੋਰਟ ਦੀ ਪ੍ਰੋਸੀਡਿੰਗਸ ਆ ਜਿਹੜੀ ਉਹ ਰੋਕੀ ਹੈ ਜੀ, ਉਸ ਤੋਂ ਬਾਅਦ ਹੋਰ ਕੋਈ ਇਹਦੇ ਵਿੱਚ ਨਵੀਂ ਡਿਵੈਲਪਮੈਂਟ ਹੋਈ ਹੋਵੇ ਜਾਂ ਅਗਲੀ ਸੁਣਵਾਈ ਕਦੋਂ ਹੈ, ਅੱਗੇ ਕੀ ਹੋ ਸਕਦਾ ਹੈ? ਸਰ ਨੈਕਸਟ ਡੇਟ ਇਜ਼ 14th ਆਫ ਜੁਲਾਈ, ਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਸ਼ਾਇਦ ਕੇਸ ਟ੍ਰਾਂਸਫਰ ਹੋਣਾ ਚਾਹੀਦਾ, ਬਿਕੋਜ਼ ਸੇਮ ਇਨਵੈਸਟੀਗੇਟਿੰਗ ਆਫਿਸਰ ਕੋਲੇ ਆਪਾਂ ਇਨਵੈਸਟੀਗੇਸ਼ਨ ਨਹੀਂ ਰੱਖ ਸਕਦੇ, ਠੀਕ ਹੈ, ਕਿਉਂਕਿ ਐਂਡ ਇਨ ਦਿਸ ਮੈਂ ਦੇਖਿਆ ਕਿ ਐਸਐਸਪੀ ਦੀ ਪੁਰਾਣੀ ਸ਼ਾਇਦ ਤੁਹਾਡੇ ਚੈਨਲ 'ਤੇ ਵੀ ਆਈ ਸੀ, ਐਸਐਸਪੀ ਸਾਹਿਬ ਉਹ ਪਹਿਲਾਂ ਉਸ ਦਿਨ ਬਿਆਨ ਦੇ ਰਹੇ ਆ 9 ਤਰੀਕ ਨੂੰ ਕਿ ਜੀ ਅਸੀਂ 10 ਕਿਲੋ ਅਫੀਮ ਦੇ ਨਾਲ ਮੁਲਜ਼ਮ ਪਕੜਿਆ ਜੀ, ਨਾਕਾ ਲਗਾਇਆ ਹੋਇਆ ਸੀ, ਠੀਕ ਹੈ। ਉਹ ਬਿਆਨ ਉਹ ਜਦੋਂ ਐਸਐਸਪੀ ਲੈਵਲ ਤੱਕ ਆਫਿਸਰ ਬਿਆਨ ਦੇ ਗਏ, ਸੋ ਇਟ ਇਜ਼ ਨਾਟ ਵਾਇਬਲ ਐਂਡ ਇਟ ਇਜ਼ ਨਾਟ ਇਨ ਦਾ ਇੰਟਰਸਟ ਆਫ ਜਸਟਿਸ ਕਿ ਆਪਾਂ ਉਹਨਾਂ ਤੋਂ ਹੀ ਇਨਵੈਸਟੀਗੇਸ਼ਨ ਕਰਾਈਏ। ਕੋਈ ਇੰਡੀਪੈਂਡੈਂਟ ਏਜੰਸੀ ਇਨਵੈਸਟੀਗੇਟ ਕਰੂਗੀ, ਦੈਨ ਦੇ ਵਿਲ ਫਾਈਂਡ ਆਊਟ ਹੂ ਇਜ਼ ਦਾ ਕਲਪਰੇਟ ਐਂਡ ਹੂ ਇਜ਼ ਇਨੋਸੈਂਟ। ਸੋ ਆਈ ਥਿੰਕ the matter needs to be transferred to some independent agency, maybe to CBI, because 10 ਕਿਲੋ ਅਫੀਮ ਦਾ ਕੇਸ ਕੋਈ ਉਹ ਨਹੀਂ ਹੁੰਦਾ, ਛੋਟਾ ਨਹੀਂ ਹੁੰਦਾ, they can be convicted for life also, ਠੀਕ ਹੈ। ਜਿਸ ਤਰੀਕੇ ਦੇ ਨਾਲ ਕਿਉਂਕਿ ਮੈਟਰ ਬੜਾ ਸੀਰੀਅਸ ਹੈ, ਇਸ ਤਰੀਕੇ ਦੇ ਐਲੀਗੇਸ਼ਨਸ ਲੱਗਣੇ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਕਿਡਨੈਪਿੰਗ ਦਾ ਚਾਰਜ ਲੱਗਾ, ਜਿਵੇਂ ਤੁਸੀਂ ਦੱਸੇ ਪੂਰੀ ਕਹਾਣੀ, ਤੇ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਡੀਜੀਪੀ ਲੈਵਲ ਤੋਂ ਜਾਂ ਹੋਰ ਕਿਸੇ ਵੱਲੋਂ ਉਹਨਾਂ ਵੱਲੋਂ ਨਹੀਂ ਕੋਈ ਐਕਸ਼ਨ ਲਿਆ ਗਿਆ, ਉਹਨਾਂ ਵੱਲੋਂ ਆਪਣੇ ਲੈਵਲ 'ਤੇ ਇਨਕੁਆਇਰੀ ਨਾ ਕਰਾਈ ਗਈ ਹੋਵੇ ਕਿ ਕਿਉਂਕਿ ਉਹਨਾਂ ਦੇ ਮੁਲਾਜ਼ਮਾਂ 'ਤੇ ਏਡੇ ਇਸ ਤਰ੍ਹਾਂ ਦੇ ਦੋਸ਼ ਲੱਗਣੇ ਵੀ ਵੱਡੀ ਗੱਲ ਹੈ। ਸਰ ਹਾਲੇ ਤੱਕ ਤਾਂ ਪੁਲਿਸ ਬਿਲਕੁਲ ਸਾਇਲੈਂਟ ਦਿਖੀ ਹੈ, ਨੋ ਵਨ ਹੈਜ਼ ਅਪਰੋਚ ਦਾ ਫੈਮਿਲੀ ਆਲਸੋ। ਰਾਜਸਥਾਨ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ, ਦੇ ਆਰ ਸਾਇਲੈਂਟ ਅਬਾਊਟ ਐਵਰੀਥਿੰਗ। ਅੰਦਰੋਂ ਕੀ ਕਰ ਰਹੇ ਹੈ ਕੀ ਨਹੀਂ ਕਰ ਰਹੇ, ਵੀ ਕੈਨ ਨਾਟ ਪ੍ਰੈਡਿਕਟ ਐਨੀਥਿੰਗ,
ਬਟ ਐਟ ਦਿਸ ਸਟੇਜ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਆਈ ਕਿ ਜੀ ਵੀ ਆਰ ਇਨਕੁਆਇਰਿੰਗ ਜਾਂ ਅਸੀਂ ਕੋਈ ਆਪਣੇ ਅਫਸਰਸ 'ਤੇ ਐਕਸ਼ਨ ਲਵਾਂਗੇ। ਉਹਨਾਂ ਵੱਲੋਂ ਹਾਲੇ ਤੱਕ ਫਿਲਹਾਲ ਕੋਈ ਕਾਰਵਾਈ ਨਹੀਂ ਆਈ। ਗਿੱਲ ਸਾਹਿਬ, ਤੁਹਾਨੂੰ ਤਜਰਬਾ ਖਾਸ ਹੈ, ਤੁਸੀਂ ਵਕੀਲ ਹੋ, ਕ੍ਰਿਮੀਨਲ ਲਾਇਰ ਵਜੋਂ ਤੁਸੀਂ ਕੰਮ ਕਰ ਰਹੇ ਹੋ ਕਾਫੀ ਸਾਲਾਂ ਤੋਂ। ਇਸ ਤਰੀਕੇ ਦੇ ਕਿੰਨੇ ਕੁ ਮੈਟਰ ਤੁਸੀਂ ਪਹਿਲਾਂ ਵੇਖਿਆ ਕਿ ਜਿਵੇਂ ਹੁਣ ਇਹ ਹੋਇਆ ਕਿ ਜੂਰਿਸਡਿਕਸ਼ਨ ਤੋਂ ਬਾਹਰ ਜਾ ਕੇ FIR ਕਰ ਦੇਣਾ ਜਾਂ ਉੱਥੋਂ ਅਰੈਸਟ ਪਾ ਲੈਣਾ ਬੇਸਿਕਲੀ, ਅਤੇ ਉਸ ਤੋਂ ਬਾਅਦ ਉਹਨੂੰ ਦਿਖਾ ਕੁਛ ਹੋਰ ਦੇਣਾ, ਇਸ ਤਰੀਕੇ ਦੇ ਜਿਹੜੀ ਕਾਰਵਾਈ ਹੁੰਦੀ ਹੈ, ਅਤੇ ਇਹ ਤੁਸੀਂ ਪਹਿਲਾਂ ਵੀ ਕਿੰਨੀ ਕੁ ਦੇਖੀ ਹੈ ਅਤੇ ਇਹ ਰੁਕ ਕਿਉਂ ਨਹੀਂ ਰਹੀ? ਸਰ ਇਸ ਤਰ੍ਹਾਂ ਦਾ ਇੱਕ ਪਹਿਲੇ ਮੈਂ ਕੇਸ ਕੀਤਾ ਸੀ 5 years ਬੈਕ। ਮਲੋਟ ਦਾ ਲੜਕਾ ਸੀ, ਉਹਨੂੰ ਅੰਮ੍ਰਿਤਸਰ ਤੋਂ ਚੱਕਿਆ, ਮਲੋਟ FIR ਦਰਜ ਕਰਤੀ। ਉਹ ਵੀ ਕੀ ਸੀ, ਅੱਜ ਕੱਲ੍ਹ ਸਾਇੰਟੀਫਿਕ ਜ਼ਮਾਨਾ ਹੈ, ਉਹ ਕਿਸੇ ਆਪਣੇ ਪੁਲਿਸ ਸਾਹਿਬਾਨ ਤੋਂ ਗਲਤੀ ਹੋ ਗਈ, ਉਹਨਾਂ ਦਾ ਫੋਨ ਦਾ ਚਾਰਜ ਖਤਮ ਹੋ ਗਿਆ ਅਤੇ ਉਹਨਾਂ ਨੇ ਅਕਿਊਜ਼ ਦੇ ਮੋਬਾਈਲ 'ਚ ਆਪਦਾ ਸਿਮ ਪਾ ਲਿਆ, ਅਤੇ ਉਹ ਲੋਕੇਸ਼ਨ ਟਰੇਸ ਹੋ ਗਈ ਅਕਿਊਜ਼ ਦੇ ਮੋਬਾਈਲ ਦੀ ਅਤੇ ਉਹਦੇ ਫੋਨ ਦੀ IMI ਨੰਬਰ ਤੋਂ ਕਿ ਜੀ ਉੱਥੋਂ ਚੱਕਿਆ। ਉਸ ਟਾਈਮ ਜੱਜ ਸਾਹਿਬ ਬੜੇ ਅੱਛੇ ਸੀ, ਉਹਨਾਂ ਨੇ ਸਾਰਾ ਦੇਖਿਆ ਕੀਤਾ, ਦੇ ਐਕੁਇਟਡ ਦਾ ਅਕਿਊਜ਼, ਅਤੇ ਸਾਰੇ ਪੁਲਿਸ ਵਾਲਿਆਂ 'ਤੇ FIR ਕਰਤੀ। ਬਟ ਅਲਟੀਮੇਟਲੀ ਵਾਟ ਹੈਪਨ, ਜਦੋਂ ਪੁਲਿਸ ਵਾਲੇ ਵਿੱਚ ਆ ਜਾਂਦੇ ਆ, ਪੁਲਿਸ ਇਜ਼ ਵੈਰੀ ਪਾਵਰਫੁਲ। ਉਹਨਾਂ ਨੇ ਜੀ 1 FIR 2 FIR 3 FIR ਫੈਮਿਲੀ 'ਤੇ FIR ਕਰ ਕਰਕੇ, ਠੀਕ ਹੈ, ਸਹੀ ਗਲਤ ਹਾਲੇ ਪੈਂਡਿੰਗ ਐਡਜੂਡੀਕੇਸ਼ਨ ਹੈ, ਬਟ ਦ ਕੇਸਿਸ ਵਰ ਵਿਦਡਰਾਨ ਬਾਏ ਦਾ ਫੈਮਿਲੀ। ਸੋ ਇਹ part and parcel of investigating agency ਆ, we cannot say anything, but I have come across few cases ਜਿੱਥੇ ਇਸ ਤਰ੍ਹਾਂ ਹੁੰਦਾ ਰਿਹਾ ਹੈ। ਹੁਣ ਹਾਈ ਕੋਰਟ ਦੀ ਜਿਵੇਂ ਤੁਸੀਂ ਦੱਸਿਆ ਕਿ ਕੋਗਨੀਜੈਂਸ ਲਿਆ ਪੂਰੇ ਮੈਟਰ ਦਾ, ਤੇ ਇਹ ਹੋ ਸਕਦਾ ਵੀ ਹਾਈ ਕੋਰਟ ਅੱਗੇ ਜਾ ਕੇ ਹਾਈ ਕੋਰਟ ਵੀ ਇਸ ਤਰੀਕੇ ਦਾ ਕੋਈ ਆਰਡਰ ਦੇ ਦੇ ਕਿ ਪੁਲਿਸ 'ਤੇ ਐਕਸ਼ਨ ਹੋਣਾ ਚਾਹੀਦਾ ਉਹਨਾਂ ਮੁਲਾਜ਼ਮਾਂ 'ਤੇ ਜਿਹੜੇ ਇਸ ਤਰੀਕੇ ਨਾਲ ਇਲੀਗਲੀ ਅਰੈਸਟ ਕਰਕੇ ਲੈ ਕੇ ਆਏ ਨੇ ਉਹਨੂੰ? ਸਰ ਇਸ ਚੀਜ਼ ਦਾ ਇਸ ਸਟੇਜ 'ਤੇ ਕੁਛ ਵੀ ਪ੍ਰੈਡਿਕਟ ਕਰਨਾ ਕਿ ਵਾਟ ਕੈਨ ਬੀ ਦਾ ਆਰਡਰਸ ਆਫ ਦਾ ਕੋਰਟ, ਠੀਕ ਹੈ, ਕੋਈ ਜਾਇਜ਼ ਗੱਲ ਨਹੀਂ ਹੈ। ਬਟ ਹਾਂ ਕਿ ਕੇਸ ਇੰਨਾ ਐਪਰੈਂਟ ਅਤੇ ਕਲੀਅਰ ਹੈ, there might be some actions by the honorable courts and it will be a tough time for the police officials, I think so. This is ਜੈਨ ਸਾਹਿਬ, ਪਹਿਲਾਂ ਜਿਵੇਂ ਕੇਸ ਕਿਉਂਕਿ ਮਾਰਚ ਦਾ ਇਹ ਮੈਟਰ ਚੱਲ ਰਿਹਾ ਹੈਗਾ, ਤਾਂ ਸ਼ਾਇਦ ਲੋਕਾਂ ਦੇ ਵੀ ਧਿਆਨ 'ਚ ਨਹੀਂ ਆਉਣਾ ਸੀ, ਪਰ BJP ਲੀਡਰ ਤੇਜਿੰਦਰਪਾਲ ਬੱਗਾ ਦੀ ਜਿਸ ਤਰੀਕੇ ਨਾਲ ਅਰੈਸਟ ਹੋਈ, ਜੋ ਕੰਟਰੋਵਰਸੀ ਉਸ ਤੋਂ ਬਾਅਦ ਛਿੜੀ ਦੇਖਣ ਨੂੰ ਮਿਲੀ, ਉਹਦੇ ਨਾਲ ਹੀ ਫਿਰ ਇਹਨੂੰ ਰਿਲੇਟ ਕੀਤਾ ਗਿਆ, ਸੋ ਉਹਦਾ ਕਰਕੇ ਹੁਣ ਵੀ ਇਹ ਮੀਡੀਆ ਦੇ ਵਿੱਚ ਪੂਰਾ ਹਾਈਲਾਈਟ ਹੋ ਰਿਹਾ, ਸੋ ਉਹਦੇ ਨਾਲ ਵੀ ਲੱਗਦਾ ਕਿ ਐਡਵਾਂਟੇਜ ਮਿਲੂਗਾ ਜੀ? ਸਰ ਐਡਵਾਂਟੇਜ ਡਿਸਐਡਵਾਂਟੇਜ ਵਾਲੀ ਤਾਂ ਕੋਈ ਗੱਲ ਨਹੀਂ ਹੈ, ਵੀ ਆਰ ਕੰਟੈਸਟਿੰਗ ਔਨ ਆਰ ਫੈਕਟਸ, ਉਹਨਾਂ ਦਾ ਆਪਣਾ ਕੇਸ ਹੈ। ਬਟ ਉਹ ਇਹ ਹੈ ਕਿ ਨਿਊਜ਼ ਹੈ, ਬੱਗਾ ਵਾਲੀ ਨਿਊਜ਼ ਕਾਰਨ, ਅਤੇ ਉਧਰ ਦਿੱਲੀ 'ਚ ਹੋ ਗਿਆ, ਇੱਧਰ ਰਾਜਸਥਾਨ 'ਚ ਹੋ ਗਿਆ, ਥੋੜ੍ਹਾ ਹਾਈਲਾਈਟ ਮੀਡੀਆ ਦੇ ਵਿੱਚ ਹੋ ਗਿਆ। ਅਦਰਵਾਈਜ਼ ਦਾ ਆਰਡਰ ਵਾਸ ਪਾਸ ਵੇ ਬੈਕ, ਅਤੇ ਕੋਈ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਸੀ, ਕੋਈ ਕੁਛ ਨਹੀਂ ਸੀ। ਇਟ ਇਜ਼ ਓਨਲੀ ਵਿਦ ਦੈਟ ਕੇਸ ਦਿਸ ਵਾਜ਼ ਹਾਈਲਾਈਟਡ ਆਲਸੋ। ਪੰਜਾਬ ਪੁਲਿਸ ਦੀ ਫੰਕਸ਼ਨਿੰਗ 'ਤੇ ਵੀ ਇੱਕ ਵੱਡਾ ਕੁਐਸਚਨ ਮਾਰਕ ਲੱਗ ਰਿਹਾ ਜੀ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਬੈਕ ਟੂ ਬੈਕ ਇਹ ਚੀਜ਼ਾਂ ਹੋਈਆਂ। ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਧਿਆਨ 'ਚ ਆਉਣੀਆਂ ਚਾਹੀਦੀਆਂ ਲੋਕਾਂ ਦੇ ਕਿ ਕਦੇ ਕਦੇ ਇਸ ਤਰੀਕੇ ਨਾਲ ਫਾਲਸਲੀ ਇੰਪਲੀਕੇਟ ਵੀ ਕਰ ਲੈਂਦੇ ਨੇ ਇਨੋਸੈਂਟ ਨੂੰ? ਸਰ ਇਸ ਚੀਜ਼ 'ਚ ਮੀਡੀਆ ਦਾ ਬਹੁਤ ਅੱਛਾ ਰੋਲ ਹੈ, ਜ਼ਰੂਰ ਚਾਹੀਦਾ, ਕਿਉਂਕਿ ਫਾਲਸ ਇੰਪਲੀਕੇਸ਼ਨ ਵੀ ਹੁੰਦੀ ਹੈ, ਵੀ ਕੈਨੋਟ ਡਿਨਾਈ ਦੈਟ, ਦੈਟ ਮੇ ਬੀ ਪੋਲੀਟੀਕਲ, ਦੈਟ ਮੇ ਬੀ ਫॉर ਐਨੀ ਰੀਜ਼ਨ, ਕੋਈ ਪਰਸਨਲ ਜਾਂ ਕੁਛ ਵੀ। ਮੈਂ ਨਹੀਂ ਕਹਿੰਦਾ ਕਿ ਸਾਰੇ ਕੇਸ ਝੂਠੇ ਹੁੰਦੇ ਆ, ਬਟ ਜੇਕਰ ਇੱਕ ਬੰਦਾ ਵੀ ਗਲਤ ਅਰੈਸਟ ਹੁੰਦਾ ਹੈ, ਉਦੋਂ ਵੱਡਾ ਤਾਂ ਲਾਅ ਦੇ ਵਿੱਚ ਉਹ ਹੈ ਨਹੀਂ ਨਾ ਕਿ 100 ਬੰਦੇ, ਆਪਣਾ ਲਾਅ ਪੁਰਾਣਾ ਇਹੀ ਕਹਿੰਦਾ ਹੈ ਕਿ 100 ਮੁਲਜ਼ਮ ਬਚ ਜਾਣ ਪਰ ਇੱਕ ਇਨੋਸੈਂਟ ਬੰਦਾ ਕਨਵਿਕਟ ਨਹੀਂ ਹੋਣਾ ਚਾਹੀਦਾ। ਆਪਣਾ ਬੇਸਿਕ ਲਾਅ ਇਹੀ ਹੈ। ਸੋ ਚਾਹੇ 100 ਕੇਸਾਂ, ਮੈਂ ਨਹੀਂ ਕਹਿੰਦਾ ਸਾਰੇ ਝੂਠੇ ਹੁੰਦੇ ਆ, ਮੈਂ ਕੌਣ ਹੁੰਦਾ ਕਹਿਣ ਵਾਲਾ, ਬਟ ਇਹ ਹੈ ਕਿ ਇੱਕ ਵੀ ਬੰਦਾ ਜੇਕਰ ਨਜਾਇਜ਼ ਪੈਂਦਾ ਤਾਂ ਕਿਉਂ ਪੈਂਦਾ? ਜਨਰਲੀ ਦੇਖਦੇ ਜਿਵੇਂ ਮਰਡਰ ਕੇਸ ਹੈ, 2 ਬੰਦੇ ਮੌਕੇ 'ਤੇ ਹੈ, ਫੈਮਿਲੀ ਨੇ 7 ਬੰਦੇ ਦੇ ਨਾਮ ਲਿਖਾਤੇ, ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ, ਕੁਛ ਨਹੀਂ ਹੁੰਦੀ, 7 ਜੀ ਨਾਮ ਲਿਖਾਏ ਹੋਏ ਹੈ ਜੀ, ਪਾ ਦਿਓ। ਸਭ ਤੋਂ ਪਹਿਲਾਂ ਗਵਰਨਮੈਂਟ ਅਫੀਸ਼ੀਅਲ ਉਹਦਾ ਨਾਮ ਲਿਖਾ ਦਿਓ, ਜਾਂ ਕੋਈ NRI ਹੈ ਉਹਦਾ ਨਾਮ ਲਿਖਾ ਦਿਓ, ਬੰਦਾ ਮੌਕੇ 'ਤੇ ਵੀ ਨਹੀਂ ਹੁੰਦਾ, ਕੁਛ ਨਹੀਂ ਹੁੰਦਾ, ਠੀਕ ਹੈ। ਦਿਸ ਇਜ਼ ਦਾ ਟਰੈਂਡ। ਇਹਦੇ 'ਚ ਸਾਰੀ ਭੂਮਿਕਾ ਇਨਵੈਸਟੀਗੇਟਿੰਗ ਏਜੰਸੀ ਦੀ ਹੁੰਦੀ ਹੈ। ਦੇ ਹੈਵ ਟੂ ਵੈਰੀਫਾਈ ਐਵਰੀਥਿੰਗ, ਕੌਣ ਹੈਗਾ ਕੌਣ ਨਹੀਂ ਹੈਗਾ, ਠੀਕ ਹੈ। ਕਿਸੇ ਨੂੰ ਤੁਸੀਂ 302 ਦੇ ਮੁਕੱਦਮੇ 'ਚ ਪਾ, 307 'ਚ ਪਾਤਾ, ਉਹਦੀ ਲਾਈਫ ਸਪੋਇਲ ਹੋ ਜਾਂਦੀ। ਕੇਸ ਝਗੜਨਾ ਕੋਰਟਾਂ ਦੇ ਵਿੱਚ ਕੋਈ ਸੌਖਾ ਨਹੀਂ ਹੈ, ਇਟ ਇਜ਼ ਅ ਵੈਰੀ ਡਿਫੀਕਲਟ ਟਾਸਕ। ਇੱਕ ਛੋਟੀ ਜਿਹੀ ਵੀ 57 ਦੀ ਜ਼ਮਾਨਤ 'ਚ ਵੀ ਨਾ ਬੰਦਾ ਪਾਗਲ ਹੋ ਜਾਂਦਾ, ਕਿਉਂਕਿ ਲਾਅ ਆਮ ਬੰਦੇ ਦੀ ਪਹੁੰਚ ਤੋਂ ਹੀ ਬਾਹਰ ਹੋ ਚੁੱਕਿਆ। ਇਟ ਇਜ਼ ਦੈਟ ਐਕਸਪੈਂਸਿਵ।
ਠੀਕ ਹੈ, ਤੁਸੀਂ 10 ਚੋਂ ਇੱਕ ਬੰਦਾ ਵੀ ਗਲਤ ਪਾਤਾ, ਉਹਦੀ ਜ਼ਿੰਦਗੀ ਬਿਨਾਂ ਗੱਲ ਤੋਂ ਰੋਲਤੀ। ਠੀਕ ਹੈ, ਇੱਕ ਇਨੋਸੈਂਟ ਬੰਦਾ ਕਿਉਂ ਸਫਰ ਕਰੇ? ਸੋ ਇਹ ਸਾਰੀ ਭੂਮਿਕਾ ਸਾਰੀ ਇਨਵੈਸਟੀਗੇਟਿੰਗ ਏਜੰਸੀ ਦੀ ਹੈ। ਹੁਣ ਤਾਂ ਇੰਨੇ ਅੱਛੇ ਸਾਇੰਟੀਫਿਕ ਟੂਲਸ ਆ ਗਏ ਟੂ ਇਨਵੈਸਟੀਗੇਟ ਦਾ ਮੈਟਰ, ਬਟ ਜਨਰਲੀ ਦੇਖਦੇ ਹਾਂ ਕਿ ਜੀ ਥਾਣੇ 'ਚ ਬਹਿ ਕੇ ਬੁਲਾ ਲਓ ਤੇ ਜਿਵੇਂ ਵੀ ਕਰਨਾ ਬਣਾ ਦਿਓ। ਆਪਣੇ ਪੰਜਾਬ ਦੇ ਕੇਸਾਂ 'ਚ ਦੇਖੋ ਮੈਕਸਿਮਮ ਹੋਣਗੇ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਹੈ ਜੀ। ਠੀਕ ਹੈ, ਸੀਬੀਆਈ ਜਿਵੇਂ ਇਨਵੈਸਟੀਗੇਟ ਕਰਦੀ ਹੈ, ਇੱਕ ਇੱਕ ਚੇਨ ਨੂੰ ਉਹ ਕਰਦੇ ਆ। ਠੀਕ ਹੈ ਨਾ, ਆਪਣੇ ਤਾਂ ਕਹਿੰਦੇ ਜੀ ਉਹ ਆਇਆ ਜੀ, ਉਹਨੇ ਉਹਦੇ ਅੱਗੇ ਕਨਫੈਸ਼ਨ ਕੀਤਾ ਤੇ ਖਤਮ, ਕਹਾਣੀ ਖਤਮ। ਠੀਕ ਹੈ ਨਾ, ਉਹ ਥੋੜ੍ਹਾ ਜਿਹਾ ਸਾਇੰਟੀਫਿਕ ਟੂਲਸ ਯੂਜ਼ ਕਰਨੇ ਚਾਹੀਦੇ ਆ ਇਨਵੈਸਟੀਗੇਟਿੰਗ ਏਜੰਸੀ ਨੂੰ, ਥੋੜ੍ਹਾ ਜਿਹਾ ਇਹਨਾਂ ਨੂੰ ਪ੍ਰੋਸੀਜਰ ਦੇ ਨਾਲ ਵੱਧ ਅਵੇਅਰ ਕਰਨਾ ਚਾਹੀਦਾ ਹੈਗਾ। ਬਾਕੀ ਵਟਐਵਰ ਇਜ਼ ਗੋਇੰਗ ਔਨ ਇਜ਼ ਫਾਈਨ। ਵਾਪਸ ਕੇਸ ਦੀ ਸੁਣਵਾਈ ਤੇ ਆਵਾਂਗੇ ਜੀ। ਜਿਹੜਾ ਹੀਅਰਿੰਗ ਹੋਈ ਸੀ ਹਾਈ ਕੋਰਟ ਦੇ ਵਿੱਚ, ਜਦੋਂ ਲੋਅਰ ਕੋਰਟ ਨੂੰ ਪ੍ਰੋਸੀਡਿੰਗਸ ਰੋਕਣ ਦੇ ਲਈ ਕਿਹਾ ਗਿਆ, ਤਾਂ ਉਦੋਂ ਜਿਹੜੇ ਹੁਸ਼ਿਆਰਪੁਰ ਪੁਲਿਸ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੋਣਾ, ਤਾਂ ਉਹਨਾਂ ਨੇ ਉਹਦਾ ਕੀ ਜਵਾਬ ਦਿੱਤਾ? ਕਿਉਂਕਿ ਤੁਹਾਡੇ ਵੱਲੋਂ ਪੂਰੇ ਐਵੀਡੈਂਸਿਸ ਸ਼ੋਅ ਕੀਤੇ ਗਏ, ਵੀਡੀਓ ਫੁਟੇਜਸ ਦਿਖਾਈਆਂ ਗਈਆਂ ਵੀ ਕੋਟਾ ਤੋਂ ਕਿਸ ਤਰੀਕੇ ਨਾਲ ਲੈ ਕੇ ਆਏ ਨੇ, ਤਾਂ ਉਹ ਪੁਲਿਸ ਦਾ ਕੀ ਉਹਦਾ ਪੱਖ ਸੀਗਾ ਜੀ? Sir, at that time they were silent and they were just going on technicalities ਕਿ ਐਵੇਂ ਇਹਨਾਂ ਨੂੰ ਬਾਹਰ ਕਰ ਦਈਏ। ਠੀਕ ਹੈ, but now on the next date they will file their detailed reply on 14th of July, then we will see what will happen. ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਐਡਵੋਕੇਟ ਨਰੇਸ਼ ਜੈਨ ਜੀ ਦੇ ਨਾਲ ਗੱਲਬਾਤ ਕਰ ਰਹੇ ਸੀ, ਜਿਨ੍ਹਾਂ ਨੇ ਚਾਨਣਾ ਪਾਇਆ ਇਸ ਪੂਰੇ ਕੇਸ ਤੇ। ਕੇਸ ਬੜਾ ਹਾਈਲਾਈਟਡ ਹੋ ਰਿਹਾ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਫਿਰ ਤੋਂ ਇੱਕ ਘੇਰੇ ਦੇ ਵਿੱਚ ਨਜ਼ਰ ਆ ਰਹੀ ਹੈਗੀ ਹੈ, ਨਿਸ਼ਾਨੇ ਲੱਗ ਰਹੇ ਨੇ। ਕਈ ਸਿਆਸੀ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਵੀ ਪੰਜਾਬ ਪੁਲਿਸ 'ਤੇ ਨਿਸ਼ਾਨੇ ਲਾਏ ਗਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ, ਜਿਸ ਤਰੀਕੇ ਦੇ ਐਲੀਗੇਸ਼ਨਸ ਲੱਗੇ ਨੇ। ਅਤੇ ਹੁਣ 14 ਜੁਲਾਈ ਨੂੰ ਇਸ ਕੇਸ ਦੇ ਵਿੱਚ ਜਿਹੜੀ ਹੀਅਰਿੰਗ ਹੈ ਉਹ ਹੋਊਗੀ, ਅਤੇ ਉਦੋਂ ਕੀ ਹੋਊਗਾ, ਅਗਲੀ ਜਿਹੜੀ ਵੀ ਅਪਡੇਟ ਹੋਊਗੀ ਉਹ ਦੇਖਣ ਵਾਲੀ ਗੱਲ ਹੋਊਗੀ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।